Dear students, good morning. Now we start with the topic life cycle of malarial parasite, that is the Plasmodium. So as already we discussed that this parasite complete its life cycle on two hosts, that is a human being and mosquito, that is Anopheles. Now yesterday I told you that, or in my previous lecture मैं ਤੁਹਾਨੂੰ ਕੀ ਦੱਸ ਰਹੀ ਸੀ ਕਿ ਇਹਦੇ ਲਾਈਫ ਸਾਈਕਲ ਦੇ ਵਿੱਚ ਹਿਸਟਰੀ ਦੇ ਵਿੱਚ ਤਿੰਨ ਫੇਜ਼ਸ ਨੇ. ਵਨ ਇਜ਼ ਦ ਸ਼ਾਈਜ਼ੋਗੋਨੀ, ਦੈਨ ਗੈਮੋਗੋਨੀ ਐਂਡ ਥਰਡ ਇਜ਼ ਸਪੋਰੋਗੋਨੀ. The schizogony, today we start with the schizogony. Schizogony starts in human being and divisible into two phases. That phases is called as erythrocytic phase or hepatic schizogony. That means it occur in the liver cells. So where it is occur in the liver cell, and second phase is called as erythrocytic schizogony or erythrocytic phase, and it occur in the RBCs, red blood cells. So this is now we start from this structurization, that is schizogony in erythrocytic phase. Now erythrocytic phase ਜਦੋਂ ਸ਼ੁਰੂ ਕਰਦੇ ਆ, ਇਹਦੇ ਵਿੱਚ ਕੀ ਹੁੰਦਾ ਹੈ ਕਿ it involves infection of man and multiplication of parasite. Means ਹਿਊਮਨ ਬੀਇੰਗ 'ਚ ਉਹਦੀ ਇਨਫੈਕਸ਼ਨ ਵੀ ਹੋਣੀ ਹੈ ਐਂਡ ਇਨਫੈਕਟਿਵ ਸਟੇਜ ਜਿਹੜੀ ਹੈ ਅਤੇ ਨਾਲ ਦੀ ਨਾਲ ਮਲਟੀਪਲੀਕੇਸ਼ਨ ਵੀ ਹੋਣੀ ਹੈ. ਇਨਫੈਕਟਿਵ ਸਟੇਜ ਜਿਹੜੀ ਹਿਊਮਨ ਬੀਇੰਗ 'ਚ ਐਂਟਰ ਕਰਦੀ ਹੈ, ਇਟ ਇਜ਼ ਕਾਲਡ ਐਜ਼ ਅ ਸਪੋਰੋਜ਼ੋਇਟ. ਉਹਨੂੰ ਆਪਾਂ ਕੀ ਕਹਿ ਰਹੇ ਹਾਂ? ਸਪੋਰੋਜ਼ੋਇਟ ਹੈ. ਸੋ ਜਦੋਂ ਇੱਕ ਇਨਫੈਕਟਿਡ ਫੀਮੇਲ ਐਨੋਫਲੀਜ਼ ਮੋਸਕੀਟੋ ਜਿਹੜਾ ਹੈ ਉਹ ਬਾਈਟ ਕਰਦਾ, ਜਦੋਂ ਉਹ ਬਾਈਟ ਕਰਦਾ, ਬਿਕੋਜ਼ ਦਿਸ ਮੋਸਕੀਟੋ ਹੈਵਿੰਗ ਅ ਵੈਰੀ ਗੁੱਡ ਕਰੈਕਟਰਿਸਟਿਕ ਕਿ ਦੇ ਰਿਕਵਾਇਰਡ ਅ ਬਲੱਡ ਮੀਲ ਫॉर द प्रोडक्शन ऑफ एग. उन्होंने अपने ਜਿਹੜੇ ਐਗਸ ਪ੍ਰੋਡਿਊਸ ਕਰਨੇ ਹੁੰਦੇ ਆ ਮੋਸਕੀਟੋ ਨੇ, ਉਹਨਾਂ ਨੂੰ ਕਿ ਬਲੱਡ ਮੀਲ ਚਾਹੀਦਾ ਫੀਮੇਲ ਨੂੰ, ਐਂਡ ਦੈਨ ਦੈਟਸ ਵਾਈ ਦੇ ਸੱਕ ਦਾ ਹਿਊਮਨ ਬਲੱਡ. ਦੈਨ ਉਹ ਕੀ ਕਰਦੇ ਕਿ ਦੇ ਪੀਅਰਸ ਦੇਅਰ ਪ੍ਰੋਬੋਸਿਸ, ਪੀਰਸਿੰਗ ਪ੍ਰੋਬੋਸਿਸ ਇਨ ਨੀਡਲ ਲਾਈਕ ਹੁੰਦੇ ਨੇ, ਇਨਟੂ ਦ ਸਕਿਨ ਆਫ ਦਾ ਹਿਊਮਨ ਬੀਇੰਗ ਐਂਡ ਇੰਜੈਕਟ. ਜਦੋਂ ਇਨ ਪ੍ਰੋਬੋਸਿਸ ਇੰਟਰੋਡਿਊਸ ਕਰਦੇ ਆ, ਦੈਨ ਦੇ ਰਿਲੀਜ਼ ਦਾ ਸਲਾਈਵਾ from their mouth to the human blood. That why they release saliva? Because saliva contain we can say blood clotting ਜਿਹੜੀ ਹੈ prevent ਕਰਨ ਵਾਸਤੇ ਦੇ ਫੈਕਟਰ ਹੁੰਦੇ ਨੇ, ਠੀਕ ਹੈ. ਸੋ ਹੈਪਰਿਨ ਲਾਈਕ ਫੈਕਟਰ ਇਜ਼ ਪ੍ਰੈਜ਼ੈਂਟ ਇਨ ਐਂਟੀਕੋਗੂਲੈਂਟ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ. ਸੋ ਦਿਸ ਤਾਂ ਕਿ ਜਿਹੜਾ ਹੈ ਬਲੱਡ ਜਿਹੜਾ ਹੈ ਉਹ ਕਲੌਟ ਨਾ, ਕਿਉਂਕਿ ਵੀ ਨੋ ਦੈਟ ਬਲੱਡ ਜਦੋਂ ਵੀ ਵੈਸਲਸ ਤੋਂ ਬਾਹਰ ਆਏਗਾ ਉਹਦੇ ਵਿੱਚ ਕੀ ਕਲੌਟਿੰਗ ਹੋਣੀ ਸ਼ੁਰੂ ਹੋ ਜਾਂਦੀ. ਸੋ ਉਹ ਕਲੌਟ ਤੋਂ ਜਦੋਂ ਬਾਹਰ ਆਉਂਦਾ, ਸੌਰੀ ਵੈਸਲਸ ਤੋਂ ਜਦੋਂ ਬਾਹਰ ਆਉਂਦਾ, ਦੈਨ ਉਸਨੂੰ ਕਲੌਟਿੰਗ ਤੋਂ ਬਚਾਉਣ ਲਈ ਕੀ ਹੈ, ਉਸ ਸਲਾਈਵੇ ਦੇ ਵਿੱਚ ਜਿਹੜੀ ਹੈ ਐਂਟੀਕੋਗੂਲੈਂਟ ਜਿਹੜੀ ਹੁੰਦਾ ਉਹ ਰਿਲੀਜ਼ ਕਰਦੇ ਨੇ. ਜਦੋਂ ਉਹ ਸਲਾਈਵਾ ਹਿਊਮਨ ਬਲੱਡ ਦੇ ਅੰਦਰ ਰਿਲੀਜ਼ ਕਰਦਾ, ਅਲੋਂਗ ਵਿਦ ਦੈਟ the parasite enter into the human blood, and that stage, infected stage, is called as a sporozoite. So that means ਜੇ ਆਪਾਂ ਨੂੰ question ਪੁੱਛਿਆ ਜਾਏ ਕਿ which stage, infected stage, enter into the human blood, that is called as a sporozoite. ਜਿਹੜਾ sporozoite ਹੈ ਬੇਟਾ, ਜੇ ਆਪਾਂ ਦਾ ਸਟਰਕਚਰ ਸਟੱਡੀ ਕਰੀਏ, ਸੋ ਇਟ ਇਜ਼ ਲਾਈਕਲੀ ਵੀ ਕੈਨ ਸੇ ਸਪਿੰਡਲ ਸ਼ੇਪ ਕਹਿ ਸਕਦੇ ਹਾਂ. ਦੈਟ ਮੀਨਸ ਦੋਨੋਂ ਸਾਈਡਸ 'ਤੇ ਜਿਹੜਾ ਹੈ ਉਹ ਜਾਂ ਸਿਕਲ ਸ਼ੇਪ, ਦੋਨੋਂ ਸਾਈਡ ਤੋਂ ਟੇਪਰ ਹੈ, ਐਂਡ ਨੀਅਰ ਅਬਾਊਟ 15 ਮਿਊ ਮਾਈਕਰੋਨ ਲੌਂਗ ਹੈ, covered by a thin transparent covering called as a cuticle, having a centrally placed nucleus is there. And this ਜਿਹੜਾ ਹੈ sporozoite near about blood ਦੇ ਅੰਦਰ ਅੱਧਾ ਘੰਟਾ, ਹਾਫ ਐਨ ਆਰ ਜਿਹੜਾ ਹੈ ਉਹ ਮੂਵ ਕਰਦਾ ਰਹਿੰਦਾ ਹੈ before it enter into the hepatic cell. The sporozoite leave the blood and get enter into the blood ਦੇ ਵਿੱਚੋਂ ਕੀ ਹੈ ਉਹ ਜਿਹੜੀ ਹੈ ਲੀਵ ਕੀਤਾ, ਐਂਟਰ ਇਨਟੂ ਦਾ ਲਿਵਰ, ਐਂਡ ਲਿਵਰ ਦੇ ਵਿੱਚ ਉਹ ਕੀ ਹੈ 12 ਦਿਨ ਰਹਿੰਦਾ ਹੈ, ਘੁੰਮਦਾ ਰਹਿੰਦਾ ਹੈ. ਸੋ ਦੈਟ ਮੀਨਸ ਲਿਵਰ ਜਦੋਂ ਉਹ ਲਿਵਰ ਦੇ ਅੰਦਰ ਹੁੰਦਾ ਹੈ, ਐਟ ਦੈਟ ਟਾਈਮ ਸਾਨੂੰ ਬਲੱਡ ਦੇ ਵਿੱਚ ਕੋਈ ਵੀ ਜਿਹੜਾ ਹੈ ਬਹੁਤ ਘੱਟ ਜਿਹੜੀ ਹੈ ਨੰਬਰ ਆਫ ਦਾ ਸਪੈਸੀਮਨ ਜਾਂ ਸਪੋਰੋਜ਼ੋਇਡ ਨਜ਼ਰ ਆਉਣਗੇ, ਠੀਕ ਹੈ. Now we start from, that is when it is enter,
they remain there for about 12 days. During this period they are absent in the blood, that means mind that. And in the liver the parasite become, ਹੁਣ parasite ਕੀ ਹੈ, circular shape ਆਪਣੀ ਲੈ ਲੈਂਦਾ, ਠੀਕ ਹੈ। ਜਿਹੜਾ ਮੈਂ ਤੁਹਾਨੂੰ ਡਾਇਗਰਾਮ ਆਲਰੇਡੀ ਭੇਜਿਆ ਹੋਇਆ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਸੋ ਦੈਟ ਇਜ਼ ਅ and then it enter into the liver, ਆਪਾਂ ਉਸ ਸਟੇਜ ਨੂੰ ਕੀ ਕਹਿੰਦੇ ਆ, that is called as a cryptozoite। ਸੋ ਇਸ ਫੇਜ਼ ਨੂੰ ਕੀ ਹੈ, ਐਕਸੋਰੀਥਰੋਸਿਟ ਮੀਨਸ ਬਲੱਡ 'ਚ ਐਂਟਰ ਕਰਨ ਤੋਂ ਪਹਿਲਾਂ ਵਾਲਾ ਫੇਜ਼, ਠੀਕ ਹੈ। ਸੋ ਕ੍ਰਿਪਟੋਜ਼ੋਇਟ ਜਿਹੜਾ ਹੈ, ਦੈਨ ਕ੍ਰਿਪਟੋਜ਼ੋਇਟ ਕੀ ਆ, ਉੱਥੇ ਸਾਈਟੋਪਲਾਜ਼ਮ ਕੰਜ਼ਿਊਮ ਕਰਦਾ ਐਂਡ ਉਸਦੇ ਵਿੱਚ ਕੋਈ ਪਿਗਮੈਂਟ ਨਹੀਂ ਹੁੰਦਾ, ਕੋਈ ਵੈਕਿਊਲ ਨਹੀਂ ਹੁੰਦੀ, ਐਂਡ ਦੇ ਗਰੋ ਐਂਡ ਰਾਉਂਡ ਅਪ ਹੋਰ ਵੱਡਾ ਹੁੰਦਾ, ਐਂਡ ਵੀ ਨੇਮ ਐਜ਼ ਅ ਪ੍ਰੀ ਇਰੀਥਰੋਸਾਈਟਿਕ ਸ਼ਾਈਜ਼ੋਜ਼ੋਇੰਟ। ਐਂਡ ਜਦੋਂ ਗਰੋਥ ਕਰ ਜਾਂਦਾ ਪੂਰਾ, ਦੈਨ ਉਹ ਕੀ ਹੈ, ਮਲਟੀਪਲ ਫਿਜ਼ਨ 'ਚ ਐਂਟਰ ਕਰਦਾ ਹੈ। ਐਂਡ ਮਲਟੀਪਲ ਫਿਜ਼ਨ ਤੋਂ ਬਾਅਦ ਕਾਫੀ ਸਾਰੇ ਜਿਹੜੀਆਂ ਨੀਅਰ ਅਬਾਊਟ 1000 ਆਫ ਦੇਅਰ ਆਰਗੈਨਿਜ਼ਮ ਬਣਾਉਂਦੇ ਆ, ਕਿਉਂਕਿ ਉਹ ਬਿਟ ਆਫ ਨਿਊਕਲੀਅਸ ਮਲਟੀਪਲ ਫਿਜ਼ਨ 'ਚ ਬ੍ਰੇਕ ਕਰਦੇ ਐਂਡ ਬਹੁਤ ਸਾਰੇ ਜਿਹੜੇ ਹੈ ਕ੍ਰਿਪਟੋਜ਼ੋਇਟਸ ਜਿਹੜੇ ਹੈ, ਕ੍ਰਿਪਟੋਮੀਰੋਜ਼ੋਇਟ ਦੀ ਫਾਰਮੇਸ਼ਨ ਹੁੰਦੀ ਹੈ, ਠੀਕ ਹੈ। ਸੋ ਕ੍ਰਿਪਟੋਮੀਰੋਜ਼ੋਇਟ ਜਿਹੜੇ ਨੇ, ਦੈਨ ਥੀਜ਼ ਆਰ ਅਗੇਨ enter into the liver cell. So they break the, we can say, wall of the liver cell ਦੀ wall ਉਹਨਾਂ ਨੇ break ਕੀਤੀ, and then we name as a metacryptozoite, ਠੀਕ ਹੈ। so break ਕਰਕੇ that means they are, ਜਦੋਂ ਬਾਹਰ ਨਿਕਲਦੇ ਆ liver ਦੇ ਵਿੱਚ ਜਿਹੜੀ ਸਪੇਸੀਜ਼ ਹੁੰਦੀ ਉਸਨੂੰ ਆਪਾਂ ਸੈਨਿਸੋਇਡਸ ਕਹਿੰਦੇ ਆ, ਉੱਥੇ ਇਕੱਠੇ ਹੋ ਜਾਂਦੇ ਐਂਡ ਦੈਨ ਉਹ ਫਰੈਸ਼ ਲਿਵਰ ਨੂੰ ਐਂਟਰ ਕਰਦੇ। ਜਦੋਂ ਫਰੈਸ਼ ਲਿਵਰ ਸੈਲਸ ਨੂੰ ਐਂਟਰ ਕਰਦੇ ਆ, ਦੈਨ ਆਪਾਂ ਕੀ ਨਾਮ ਉਹਨਾਂ ਦਾ ਲੈਂਦੇ ਆ, we name as a metacryptozoite, ਠੀਕ ਹੈ। ਸੋ ਮੈਟਾਕ੍ਰਿਪਟੋਜ਼ਾਈਟ ਅਗੇਨ ਉਸੇ ਤਰੀਕੇ ਨਾਲ ਮਲਟੀਪਲ ਫਿਜ਼ਨ ਜਾਂਦਾ ਹੈ, ਐਂਡ ਦੋ ਤਰ੍ਹਾਂ ਦੀ ਜਿਹੜੀ ਹੈ ਮਲਟੀਪਲ ਫਿਜ਼ਨ ਤੋਂ ਬਾਅਦ ਸਾਨੂੰ ਪੈਰਾਸਾਈਟ ਮਿਲਦੇ ਹੈ। ਸਮ ਆਰ ਸਮੋਲਰ ਐਂਡ ਸਮ ਆਰ ਲਾਰਜ। ਸਮੋਲਰ ਨੂੰ ਅਸੀਂ ਮਾਈਕਰੋ ਮੈਟਾਕ੍ਰਿਪਟੋਜ਼ੋਇਟ ਕਹਿੰਦੇ ਆ, ਐਂਡ ਲਾਰਜ ਨੂੰ ਅਸੀਂ ਕੀ ਕਹਿੰਦੇ ਆ, ਮੈਟਾ, ਲਾਈਕ ਸਮ ਇਟ ਇਜ਼ ਵੀ ਕੈਨ ਸੇ, ਦੇਖੋ ਇੱਥੇ ਵੀ ਮਲਟੀਪਲ ਫਿਜ਼ਨ ਹੋਈ ਤਾਂ ਮਲਟੀਪਲ ਫਿਜ਼ਨ ਤੋਂ ਬਾਅਦ ਸਾਨੂੰ ਕ੍ਰਿਪਟੋਮੀਰੋਜ਼ੋਇਟਸ ਮਿਲੇ, ਐਂਡ ਦੈਨ ਅਗੇਨ ਡਿਵਾਈਡਡ ਬਾਈ ਮਲਟੀਪਲ ਫਿਜ਼ਨ ਸਾਨੂੰ ਮੈਟਾਕ੍ਰਿਪਟੋਜ਼ੋਇਟ ਮਿਲੇ। ਬਟ ਮੈਟਾਕ੍ਰਿਪਟੋਜ਼ੋਇਟਸ ਦੋ ਤਰ੍ਹਾਂ ਦੇ ਹੁੰਦੇ ਆ, ਵਨ ਇਜ਼ ਸਮੋਲਰ, ਇਜ਼ ਲਾਰਜ। ਜਿਹੜੇ ਸਮੋਲਰ ਵਨ ਹੈ ਉਸਨੂੰ ਅਸੀਂ ਮਾਈਕਰੋ ਕ੍ਰਿਪਟੋਜ਼ੋਇਟਸ ਕਹਿੰਦੇ ਆ, ਮੈਟਾਕ੍ਰਿਪਟੋਜ਼ੋਇਟ, ਐਂਡ ਲਾਰਜਰ ਇਜ਼ ਕਾਲਡ ਮੈਕਰੋ। ਸੋ both types are released in the liver sinusoid when the schizozoites and infected liver cell break. ਸੋ ਇੱਥੇ ਤੱਕ ਜਿਹੜੀ ਆਪਾਂ ਪੜ੍ਹ ਰਹੇ ਸੀ ਉਹ ਸਾਡੇ ਕੋਲੇ ਸੀਗਾ, ਦੈਟ ਇਜ਼ ਕਾਲਡ ਐਜ਼ ਅ ਪ੍ਰੀ ਅਰੀਥਰੋਸਾਈਟਿਕ ਜਾਂ ਐਕਸ ਅਰੀਥਰੋਸਾਈਟਿਕ ਫੇਜ਼ ਸੀਗਾ। ਸੋ ਉਹ ਆਪਾਂ ਜਿਹੜਾ ਫੇਜ਼ ਜਿਹੜਾ ਆਪਾਂ ਕੀਤਾ। ਸੋ ਨੈਕਸਟ ਵੀਡੀਓ ਦੇ ਅੰਦਰ ਆਪਾਂ ਹੁਣ ਜਿਹੜੀ ਹੈ ਨੈਕਸਟ ਫੇਜ਼ ਦੈਟ ਇਜ਼ ਕਾਲਡ ਐਜ਼ ਅ ਅਰੀਥਰੋਸਾਈਟਿਕ ਫੇਜ਼ ਜਿਹੜੀ ਆਪਾਂ ਹੁਣ ਡਿਸਕਸ ਕਰਦੇ ਹਾਂ।